Students, we are doing orientation effect of different groups. Now next is meta directing groups. Meta directing ਦੇ ਵਿੱਚ ਮਲਟੀਪਲ ਬੌਂਡਸ ਵਾਲਾ ਆ ਜਾਂਦੇ ਆ ਹੈ ਨਾ SO3H COH CHO COR COOR NH3 ਪੋਜ਼ਿਟਿਵ NR3 ਪੋਜ਼ਿਟਿਵ ਚਾਰਜ ਵਾਲੇ ਤੇ ਮਲਟੀਪਲ ਬੌਂਡਸ ਵਾਲੇ। ਸੋ ਇਹਦੇ 'ਚ ਆਪਾਂ ਨਾਈਟਰੋ ਗਰੁੱਪ ਨੂੰ ਲੈ ਕੇ ਦਿਖਾਈ ਪਈ ਹੈ ਸਬਸਟੀਟਿਊਸ਼ਨ। ਤਾਂ ਇਹਦੇ 'ਚ ਬੱਚੇ ਜਦੋਂ ਕਰਾਂਗੇ ਔਰਥੋ ਪੋਜੀਸ਼ਨ ਦੇ ਪਹਿਲਾਂ ਸਟਾਰਟਿੰਗ ਰਿਐਕਸ਼ਨ ਐਟ ਔਰਥੋ ਪੋਜੀਸ਼ਨ। ਤਾਂ ਔਰਥੋ ਲਈ ਵਿਲ ਸ਼ਿਫਟ ਇਲੈਕਟ੍ਰੋਨ ਪੇਅਰ ਹੇਅਰ ਐਂਡ ਦਿਸ ਗੋਜ਼ ਹੇਅਰ ਇਲੈਕਟ੍ਰੋਫਾਈਲ। ਤਾਂ ਇਹਦੇ ਲਈ ਬੱਚੇ ਪਹਿਲਾਂ ਆਪਾਂ ਦਿਖਾਤੀ ਹੋਈ ਆਹ ਸਟਰਕਚਰ ਦੇਅਰ ਇਜ਼ ਪੋਜ਼ਿਟਿਵ ਚਾਰਜ ਔਨ ਦਿਸ ਕਾਰਬਨ, ਜਿਹੜੀ NO2 ਨਾਲ ਡਾਇਰੈਕਟਲੀ ਲੱਗੀ ਹੋਈ ਔਨ ਦਿਸ ਕਾਰਬਨ। ਇਲੈਕਟ੍ਰੋਫਾਈਲ ਕਿਉਂਕਿ ਔਰਥੋ ਪੋਜੀਸ਼ਨ 'ਤੇ ਲੱਗਿਆ, ਹੇਅਰ ਇਜ਼ ਪੋਜ਼ਿਟਿਵ ਚਾਰਜ। ਉਸ ਤੋਂ ਬਾਅਦ ਹੈਗਾ ਕਿ ਅਸੀਂ ਡਬਲ ਬੌਂਡ ਨੂੰ ਐ ਸ਼ਿਫਟ ਕਰੀ ਜਾਵਾਂਗੇ ਅਤੇ ਜਿਹੜਾ ਡਬਲ ਬੌਂਡ ਸ਼ਿਫਟ ਕਰਾਂਗੇ ਉਹਦੇ ਸਿਰੇ 'ਤੇ ਪੋਜ਼ਿਟਿਵ ਚਾਰਜ ਪਹੁੰਚੂਗਾ, ਇੱਥੇ ਪਹੁੰਚੂਗਾ ਹੈ ਨਾ। ਅਗਲੀ ਸਟਰਕਚਰ ਜਦੋਂ ਇਹਨੂੰ ਸ਼ਿਫਟ ਕਰ ਦਿਆਂਗੇ ਤਾਂ ਇੱਥੇ ਪਹੁੰਚ ਜੂਗਾ। ਸੋ ਇਸ ਤਰ੍ਹਾਂ ਕਰਕੇ ਅਸੀਂ 3 ਸਟਰਕਚਰਸ ਬਣਾ ਲਈਆਂ ਜਿਹਦੇ 'ਤੇ ਜਿਹੜਾ ਪੋਜ਼ਿਟਿਵ ਚਾਰਜ ਆ ਇੱਥੇ ਇੱਥੇ ਅਤੇ ਇੱਥੇ 3 ਪੋਜੀਸ਼ਨਸ 'ਤੇ ਆ ਗਿਆ। ਨੋ ਇਨ ਦਾ ਨੈਕਸਟ ਕੇਸ ਪੈਰਾ ਅਟੈਕ 'ਤੇ ਇੱਥੇ ਅਸੀਂ ਇਲੈਕਟ੍ਰੋਨਸ ਭੇਜੇ, ਇੱਥੇ ਹੋ ਗਿਆ ਪਾਰਸ਼ੀਅਲ ਪੋਜ਼ਿਟਿਵ ਚਾਰਜ, ਸ਼ੁਰੂ 'ਚ ਪਾਰਸ਼ੀਅਲ ਨੈਗੇਟਿਵ ਚਾਰਜ, ਨੈਗੇਟਿਵ ਵਾਲੇ 'ਤੇ ਇਲੈਕਟ੍ਰੋਫਾਈਲ ਗਿਆ ਅਤੇ ਆ ਗਿਆ ਪੋਜ਼ਿਟਿਵ ਚਾਰਜ ਇੱਥੇ, ਰਾਈਟ। ਸੋ ਦ ਫਸਟ ਫਾਰਮਡ ਸਟਰਕਚਰ ਇਜ਼ ਦਿਸ ਪੋਜ਼ਿਟਿਵ ਚਾਰਜ ਹੇਅਰ, ਇਲੈਕਟ੍ਰੋਫਾਈਲ ਹੇਅਰ, ਹਾਈਡਰੋਜਨ ਵੀ ਉੱਥੇ ਹੁੰਦੀ ਹੋਈ ਇੱਕ। ਓਕੇ, ਨਾਓ ਨੈਕਸਟ ਟਾਈਮ ਵਿਲ ਸ਼ਿਫਟ ਦਿਸ ਗਰੁੱਪ ਹੇਅਰ, ਡਬਲ ਬੌਂਡ ਇਸ ਤਰ੍ਹਾਂ ਕਰਕੇ 2 ਪੈਰਲਲ ਹੋ ਗਏ ਸ਼ਿਫਟ ਹੋਣ ਕਰਕੇ, ਅਤੇ ਪੋਜ਼ਿਟਿਵ ਚਾਰਜ ਇੱਥੇ ਆ ਗਿਆ। ਆਹ ਤਾਂ ਆਲਰੇਡੀ ਪ੍ਰੈਜ਼ੈਂਟ ਸੀਗਾ ਹੈ ਨਾ, ਇਹਨੂੰ ਨਹੀਂ ਛੇੜਿਆ, ਜਿਵੇਂ ਸੀਗਾ ਉਵੇਂ ਹੀ ਰੱਖ ਲਿਆ ਹੋਇਆ। ਦੈਨ ਇਨ ਦ ਨੈਕਸਟ ਸਟਰਕਚਰ ਵਿਲ ਸ਼ਿਫਟ ਦ ਨੈਕਸਟ ਡਬਲ ਬੌਂਡ, ਇੱਥੇ ਭੇਜਤਾ ਤਾਂ ਇੱਥੇ ਆ ਜਾਊਗਾ ਪੋਜ਼ਿਟਿਵ ਚਾਰਜ, ਆ ਇੱਥੇ ਦਿਖਾਇਆ ਹੋਇਆ ਪੋਜ਼ਿਟਿਵ ਚਾਰਜ ਹੇਅਰ। ਆ ਜਿਵੇਂ ਪਹਿਲਾਂ ਵਾਲਾ ਇਹਨੂੰ ਨਹੀਂ ਛੇੜਨਾ, ਆ ਉਸ ਤਰ੍ਹਾਂ ਹੀ ਆ ਨਵਾਂ ਸ਼ਿਫਟ ਹੋ ਕੇ ਜਿਹੜਾ ਆਇਆ ਉਹ ਹੋ ਗਿਆ ਅਤੇ ਪੋਜ਼ਿਟਿਵ ਚਾਰਜ ਇੱਥੇ ਹੋ ਗਿਆ। ਨਾਓ ਵੀ ਹੈ 3 such structures for para attack। ਫਿਰ ਆ ਗਿਆ ਮੈਟਾ ਤੇ ਅਟੈਕ 'ਤੇ ਪਹਿਲਾਂ ਬਣਾ ਲਈਏ। ਮੈਟਾ ਤੇ ਅਟੈਕ ਲਈ ਵਿਲ ਸ਼ਿਫਟ ਡਬਲ ਬੌਂਡ ਟੂ ਦਿਸ ਪੋਜੀਸ਼ਨ, ਤਾਂ ਇੱਥੇ ਪੋਜ਼ਿਟਿਵ ਚਾਰਜ ਆ ਜਾਊਗਾ ਜਿਵੇਂ ਆ ਇੱਥੇ ਆਇਆ ਹੋਇਆ ਪੋਜ਼ਿਟਿਵ ਚਾਰਜ, ਇੱਥੇ ਆਪਾਂ ਅਟੈਚ ਕਰਤਾ ਇਲੈਕਟ੍ਰੋਫਾਈਲ। ਨਾਓ ਇਨ ਦਾ ਨੈਕਸਟ ਸਟਰਕਚਰ ਵਿਲ ਸ਼ਿਫਟ ਦਿਸ ਡਬਲ ਬੌਂਡ ਹੇਅਰ, ਤਾਂ ਇੱਥੇ ਪੋਜ਼ਿਟਿਵ ਚਾਰਜ ਆ ਜਾਊ, ਅਗਲਾ ਜਿੱਥੇ ਡਬਲ ਬੌਂਡ ਦਾ ਸਿਰਾ ਹੈ ਉੱਥੇ ਆ ਜਾਣਾ। ਸੋ ਬੇਟੇ ਇੱਥੇ ਡਬਲ ਬੌਂਡ ਆ ਗਿਆ ਇੱਧਰ, ਆਹ ਆਲਰੇਡੀ ਪ੍ਰੈਜ਼ੈਂਟ ਸੀ ਉਹਨੂੰ ਛੇੜਿਆ ਨਹੀਂ ਆਪਾਂ, ਇੱਥੇ ਆ ਗਿਆ ਪੋਜ਼ਿਟਿਵ ਚਾਰਜ ਇਸ ਨੁੱਕਰ 'ਤੇ, ਇਸ ਨੁੱਕਰ 'ਤੇ। ਅਗਲੀ ਵਾਰੀ ਇਸ ਡਬਲ ਬੌਂਡ ਨੂੰ ਇੱਥੇ ਸ਼ਿਫਟ ਕੀਤਾ ਤਾਂ ਚਾਰਜ ਇੱਥੇ ਆ ਜਾਊਗਾ। ਸੋ ਵਿਲ ਰਾਈਟ ਦ ਨੈਕਸਟ ਸਟਰਕਚਰ ਲਾਈਕ ਦਿਸ। ਸੋ ਮੈਟਾ ਅਟੈਕ ਲਈ 3 ਸਟਰਕਚਰਸ ਇਹ ਹੋ ਗਈਆਂ। ਪਰ ਆਪਾਂ ਇਨ ਦਾ ਬਿਗਨਿੰਗ ਵੀ ਦੇਖਿਆ ਸੀ ਦੈਟ ਐਨੀ ਕਾਰਬੋਕੇਟਾਇਨ ਇਜ਼ ਸਟੇਬਲਾਈਜ਼ਡ ਬਾਏ release of electrons from the substituent on benzene ring। ਹੁਣ ਉਹ ਦੇਖੀਏ ਆਪਾਂ ਕਿ ਜਦੋਂ ਇੱਥੇ ਪੋਜ਼ਿਟਿਵ ਚਾਰਜ ਹੈ, there is nitro group, nitro group has -I and -R ਇਫੈਕਟ ਦੋਨੋਂ ਹੀ, ਕਿਉਂਕਿ ਇਹਦੇ ਡਾਇਰੈਕਟਲੀ ਇਹਦੇ 'ਤੇ ਇਲੈਕਟ੍ਰੋਨਸ ਨਹੀਂ ਹੈਗੇ ਨਾ। ਸੋ ਜਦੋਂ ਇਹਦੇ 'ਤੇ ਡਾਇਰੈਕਟਲੀ ਇਲੈਕਟ੍ਰੋਨਸ ਨਹੀਂ ਹੁੰਦੇ, ਨਾਈਟ੍ਰੋਜਨ ਵੈਸੇ ਹੀ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ ਅਤੇ -I ਇਫੈਕਟ ਹੈ। ਸੋ ਇਹਦੇ ਕੋਲੇ -I ਅਤੇ -R ਜਾਂ -M ਦੋਨੋਂ ਇਫੈਕਟ ਹੈ। ਸੋ ਇਲੈਕਟ੍ਰੋਨ ਨੈਟ ਰਿਜ਼ਲਟ ਇਜ਼ ਇਟ ਹੈਜ਼ ਇਲੈਕਟ੍ਰੋਨ ਵਿਦਡਰਾਇੰਗ ਇੰਡਕਟਿਵ ਇਫੈਕਟ। ਸੋ ਇਸ ਕਰਕੇ ਹੁਣ ਇੱਥੇ ਇਹਦਾ ਪੋਜ਼ਿਟਿਵ ਚਾਰਜ ਡਿਸਟਰੀਬਿਊਟ ਕਰਨ ਦੀ ਬਜਾਏ ਇਹਨੇ ਤਾਂ ਹੋਰ ਆਪਦੇ ਵੱਲ ਇਲੈਕਟ੍ਰੋਨਸ ਖਿੱਚ ਲੈਣੇ ਬੌਂਡ ਦੇ ਵੀ ਹੈ ਨਾ। ਸੋ ਇਟ ਵਿਲ ਅਟਰੈਕਟ ਇਲੈਕਟ੍ਰੋਨਸ ਟੂਵਰਡਸ ਇਟ ਸੈਲਫ, ਇਟ ਵਿਲ ਇਨਕਰੀਜ਼ ਦਾ ਸ਼ਾਰਟੇਜ ਓਵਰ ਹੀਅਰ। ਇਸ ਕਾਰਬਨ ਦੇ ਜਿੰਨੀ ਸ਼ਾਰਟੇਜ ਸੀ ਉਹਨੇ ਇਹਨੇ ਫਰਦਰ ਇਨਹਾਂਸ ਕਰਤਾ, ਉਹਨੂੰ ਮੈਗਨੀਫਾਈ ਕਰਤਾ ਹੈ ਨਾ, ਜ਼ਿਆਦਾ ਕਰਤਾ ਹੋਇਆ। ਇਸ ਕਰਕੇ ਜਿਹੜੀ ਆਹ ਸਟਰਕਚਰ ਹੈ ਇਹ ਤਾਂ ਅਸੀਂ ਕਹਾਂਗੇ ਇਟ ਇਜ਼ very improbable structure which is not possible, so this is highly unstable। ਸੋ ਇਹਨੂੰ ਤਾਂ ਕੱਟ ਹੀ ਦਈਏ ਕਿ ਇਹਦੀ ਸਟੇਬਿਲਿਟੀ ਤਾਂ ਹੋ ਹੀ ਨਹੀਂ ਸਕਦੀ ਜਦੋਂ ਪਹਿਲੀ ਕਾਰਬਨ 'ਤੇ ਨਾਲ ਹੀ ਡਾਇਰੈਕਟਲੀ ਅਟੈਚਡ ਹੈ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ। ਸੋ ਇਹਦੀ ਐਗਜ਼ਿਸਟ ਕਰਨ ਦੀ ਪੋਸੀਬਿਲਿਟੀ ਜਿਹੜੀ ਨਿਲ ਹੈ, ਆਲਮੋਸਟ ਨਿਲ ਹੈ। ਫਿਰ ਰਹਿ ਗਈਆਂ 2 ਸਟਰਕਚਰਸ ਇਸ ਕੇਸ 'ਚ ਔਰਥੋ ਅਟੈਕ ਦੇ ਵਿੱਚ। ਸੋ ਇਸੇ ਤਰ੍ਹਾਂ ਦੀ ਇੱਕ ਸਟਰਕਚਰ ਆਹ ਹੈ ਪੈਰਾ 'ਚ, ਇਹ ਵੀ ਕੱਟਤੀ ਆਪਾਂ, ਆ ਵੀ ਕੱਟਤੀ।
सो इस केस भी दो स्ट्रक्चर्स रह गई रेजोनेटिंग स्ट्रक्चर्स। थर्ड केस दे विच इस तरह की कोई स्ट्रक्चर नहीं है जिहदे ते इस पोजीशन ते पॉजिटिव चार्ज आउंदा होवे, इस तरह का नहीं है कोई। सो इत्थे बेटा तीन स्ट्रक्चर्स ने, ये तीन रेजोनेटिंग स्ट्रक्चर्स है, तो कार्बोकटाइन ज़्यादा रेजोनेंस स्टेबलाइज्ड है इन दिस केस इन मेटाटैक। ये दो स्ट्रक्चर्स ही रह गई, ये केस भी दो ही स्ट्रक्चर्स रह गई। सो इन्हों का जोड़ा कार्बोकटाइन है इट इज़ लैस रेजोनेंस स्टेबलाइज्ड, दिस इज़ मोर रेजोनेंस स्टेबलाइज्ड लास्ट वाला। सो जोड़ा ज़्यादा रेजोनेंस स्टेबलाइज्ड है तो वो प्रोडक्ट भी ज़्यादा बनू, जिसकी स्टेबिलिटी वध है तो दैट लीड्स टू लार्जर प्रोडक्ट। सो अमाउंट इज़ मोर फॉर मैटा प्रोडक्ट इन दिस केस नाइट्रो के केस दे विच, ठीक है। अच्छा हुण रीजन आही दस्सिया होया कि ये हुण दो रेजोनेटिंग स्ट्रक्चर्स है तो दो एटम्स से डिस्पर्स होया ना, ये ते दो ते होया। ये जिवें इवें जिवें ये च एक ये ते एक ये ते, दो स्ट्रक्चर्स है दो एटम से डिस्पर्स होया। जिथे तीन स्ट्रक्चर्स ने रेजोनेटिंग स्ट्रक्चर्स ने उत्थे डिस्पर्सल पॉजिटिव चार्ज तीन एटम्स से है, सो ज़्यादा डिस्पर्सल है। सो ये ज़्यादा रेजोनेंस स्टेबलाइज्ड है, इस करके ये प्रोडक्ट ज़्यादा बननी है। दैन कम्स इफेक्ट ऑफ हैलोजन्स। सो हैलोजन्स नूं आपां स्पैशल कैटेगरी च रखते हैं, वेयर से दे आर ऑर्थोपैरा डायरैक्टिंग एंड डीएक्टिवेटिंग, दे आर डीएक्टिवेटिंग एंड येट ऑर्थोपैरा डायरैक्टिंग, है ना, इस तरह की गल करते हैं। सो लेट्स सी के व्हाट हैपन्स टू द रेजोनेटिंग स्ट्रक्चर्स ऑफ हैलोजन्स। इत्थे देखिए ऑर्थो अटैक करके बेटे व्हेन वी शिफ्ट इलैक्ट्रॉन्स टू दिस, तो इत्थे ही इलैक्ट्रोफाइल लग गया, क्योंकि इलैक्ट्रोफाइल में तो इलैक्ट्रॉन चाहिए है। इत्थे आ गया पॉजिटिव चार्ज। सो दैन विल शिफ्ट डबल बॉन्ड्स वन बाय वन, पहला शिफ्ट कर लिया फिर दूजा करांगे तो इत्थे पॉजिटिव चार्ज आ जू, जो दूजा करांगे फिर पॉजिटिव चार्ज इत्थे आ जूगा। सो इस तरह करके असी तीन स्ट्रक्चर्स इहदियां बना लियां। तीन स्ट्रक्चर तो बाद जिहदे विच रेजोनेंस पॉसिबल हुंदी है वैन एटम अटैच टू द कार्बन बॉन्ड, डायरैक्टली अटैच टू द कार्बन बॉन्ड ऑफ बेंजीन रिंग, जे उत्ते लोन पेयर ऑफ इलैक्ट्रॉन्स होण ओ होवे एन होवे तो वो रेजोनेंस करके भी स्ट्रक्चर पॉसिबल होंगी है। यदा माइनस आई इफैक्ट तो है ही है हैलोजन्स है, पर नाल दी नाल प्लस आर या प्लस एम इफैक्ट भी है ना। सो दोनों चो जो डोमीनेट करूगा उस हिसाब नाल इन्हें फिर उहदियां रेजोनेटिंग स्ट्रक्चर्स होणगियां। अच्छा हुण प्लस आर इफैक्ट करके एक होर स्ट्रक्चर बनती है, जो इत्थे पॉजिटिव चार्ज इत्थे आया हुंदा तो Cl कैन गिव इट्स इलैक्ट्रॉन पेयर टू दिस। अच्छा हुण डायरैक्टली बेटा आ फर्स्ट तो बना सकते हैं आप, ये तो बनानी सौखी है। यू कैन शिफ्ट इट हेयर तो डबल बॉन्ड सीधा लग के आ जाऊगा तो लास्ट वाली स्ट्रक्चर बन जूगी। बैटर है कि जिथे पहली कार्बन ते ही Cl के नाल लगी हो तो बना लिए तो सौखी है। सो दिस इज़ अगेन मोस्ट स्टेबल स्ट्रक्चर जिहदे ऑक्टेट कंप्लीट है सारे एटम्स का। इस तरह ही पैरा का अटैक दिखा के, पैरा का अटैक दिखाओगे, पैरा अटैक दिखा के यूल शो द शिफ्ट ऑफ इलैक्ट्रॉन्स। बेटा ये बनानियां होनियां चाहिए। पैरा अटैक लिए इत्थे शिफ्ट करूँगी इलैक्ट्रॉन्स, इत्थे पॉजिटिव चार्ज आ जाऊगा, है ना। सो इत्थे आ गया इलैक्ट्रोफाइल, आ गया थोड़ा पॉजिटिव चार्ज। दैन इन द नैक्सट स्ट्रक्चर विल शिफ्ट इलैक्ट्रॉन्स टू दिस, उस साइड ते करने हैं, सीधी कार्बन ते नहीं, आ साइड दे वल नूं करने हैं। सो यू विल गैट डबल बॉन्ड हेयर एंड जिथे आ खत्म होंदा अगला बॉन्ड इत्थे पॉजिटिव चार्ज आ गया, राइट। दैन इन द नैक्सट स्ट्रक्चर हुण इहनूं नहीं छेड़ना, जिहड़ा शिफ्ट कर लो, हुण अगला बॉन्ड वो शिफ्ट करता तो पॉजिटिव चार्ज इत्थे आ गया। दैन नैक्सट टाइम वी कैन ड्रॉ द लास्ट स्ट्रक्चर फ्रॉम द मिडल वन। ਇਹਦੇ तो बना लिए जी, ਇਹਦੇ तो ही आप बना सकते हैं करके, ਇਹਦੇ तो सीधी बना सकते हैं ਜਾਂ जिवें दिखाई उवें भी कर सकते हैं, पर ईजी ऐ बनानी है। सो यू ड्रॉ द लास्ट स्ट्रक्चर दिस वन विच इज़ मोस्ट स्टेबल। सो दोनों ऑर्थो ते पैरा च मोस्ट स्टेबल स्ट्रक्चर आती है। दैन फॉर मेटा अटैक अगेन यू विल शिफ्ट दिस पेयर ऑफ इलैक्ट्रॉन्स टू दिस, जिथे कि इलैक्ट्रोफाइल आ जाऊगा, आ गया इलैक्ट्रोफाइल इत्थे आ गया तो पॉजिटिव चार्ज इत्थे आ गया, इत्थे पॉजिटिव चार्ज आ गया, राइट। हुण अगली बारी बॉन्ड शिफ्ट करूँगे, ये इत्थे शिफ्ट करता एंड यू विल गेट डबल बॉन्ड हीयर
ਐਂਡ ਪੋਜ਼ਿਟਿਵ ਚਾਰਜ ਹੇਅਰ। ਅਗਲੀ ਵਾਰੀ ਜਦੋਂ ਇੱਥੇ ਸ਼ਿਫਟ ਕਰੋਗੇ ਤਾਂ ਪੋਜ਼ਿਟਿਵ ਚਾਰਜ ਇੱਥੇ ਆ ਜਾਊਗਾ ਅਤੇ ਡਬਲ ਬੌਂਡ ਇੱਥੇ ਆ ਜਾਊਗਾ ਐਂਡ ਯੂ ਵਿਲ ਗੈਟ ਦ ਨੈਕਸਟ ਸਟਰਕਚਰ। ਅੱਛਾ, ਹੁਣ ਇਸ ਤਰ੍ਹਾਂ ਦੀ ਕੋਈ ਆਪਾਂ Cl ਵਾਲਾ ਬੌਂਡ ਕਿਤੇ ਸ਼ਿਫਟ ਕਰ ਸਕਦੇ ਹਾਂ ਕਿਸੇ ਸਟਰਕਚਰ 'ਚੋਂ? ਨਹੀਂ ਕਰ ਸਕਦੇ। ਇਹਦੇ 'ਚ ਵੀ ਡਬਲ ਬੌਂਡ ਇੱਥੇ ਹੈਗਾ, ਇਹਦੇ 'ਚ ਵੀ ਇਸ ਦੇ ਨਾਲ ਡਬਲ ਬੌਂਡ ਲੱਗ ਰਿਹਾ, ਨਹੀਂ ਸ਼ਿਫਟ ਕਰ ਸਕਦੇ। ਪਹਿਲੀ 'ਚ ਵੀ ਡਬਲ ਬੌਂਡ ਲੱਗ ਰਿਹਾ, ਇਹਦੇ ਸ਼ਿਫਟ ਨਹੀਂ ਕਰ ਸਕਦੇ। ਸੋ ਉਹ ਸਟਰਕਚਰ 'ਚ ਹੀ ਕਰ ਸਕਦੇ ਹਾਂ ਜਦੋਂ ਆਸੇ ਪਾਸੇ ਦੋਨੋਂ ਸਿੰਗਲ ਬੌਂਡ ਹੋਣ। ਸੋ ਦ ਮੋਸਟ ਪ੍ਰੋਬੇਬਲ ਸਟਰਕਚਰ ਜਿਹੜੀ ਮੋਸਟ ਸਟੇਬਲ ਸਟਰਕਚਰ ਇਜ਼ ਨਾਟ ਪੋਸੀਬਲ ਇਨ ਦਿਸ ਕੇਸ। ਇੱਥੇ ਨਹੀਂ ਬਣ ਸਕਦੀ ਇਹੋ ਜਿਹੀ ਸਟਰਕਚਰ, ਜਿਵੇਂ ਆਹ ਸੀ ਸੋ ਇਸ ਤਰ੍ਹਾਂ ਦੀ ਸਟਰਕਚਰ ਇੱਥੇ ਨਹੀਂ ਬਣ ਸਕਦੀ। ਅੱਛਾ, ਹੁਣ ਜੇ ਦੇਖੀਏ ਅਬਾਊਟ ਦ ਸਟੇਬਿਲਿਟੀ ਆਫ ਸਟਰਕਚਰ, ਜਿਵੇਂ NO2 ਦੇ ਕੇਸ 'ਚ ਆਪਾਂ ਕਹਿੰਦੇ ਸੀ ਕਿ Cl ਦਾ ਵੀ ਇਲੈਕਟ੍ਰੋਨ ਵਿਦਡਰਾਇੰਗ ਇੰਡਕਟਿਵ ਇਫੈਕਟ ਬਹੁਤ ਜ਼ਿਆਦਾ ਹੁੰਦਾ। ਸੋ ਇਫ ਵੀ ਕੰਪੇਅਰ ਦਿਸ ਸਟਰਕਚਰ, ਸੋ Cl ਹੈਜ਼ ਇਲੈਕਟ੍ਰੋਨ ਵਿਦਡਰਾਇੰਗ ਇੰਡਕਟਿਵ ਇਫੈਕਟ ਮਾਈਨਸ I ਇਫੈਕਟ, ਇਸ ਕਰਕੇ ਇਹਨੂੰ ਡੀਸਟੇਬਲਾਈਜ਼ ਕਰੂਗਾ ਬਹੁਤ। ਸੋ ਇਹਦੀ ਸਟੇਬਿਲਿਟੀ ਨੈਗਲੀਜੀਬਲੀ ਸਮੋਲ ਹੈ, ਇੰਪ੍ਰੋਬੇਬਲ ਸਟਰਕਚਰ ਹੈ ਨਾ। ਸੋ ਉਹਨੇ ਕਹੀਏ ਕਿ ਇਹਦੀ ਕੰਟਰੀਬਿਊਸ਼ਨ ਆਲਮੋਸਟ ਨਿਲ ਹੈ। ਇਵੇਂ ਜਿਵੇਂ ਇਹਦੀ ਆਹ ਸਟਰਕਚਰ, ਇਹਦੀ ਕੰਟਰੀਬਿਊਸ਼ਨ ਵੀ ਆਲਮੋਸਟ ਨਿਲ ਹੈ, ਰਾਈਟ। ਅੱਛਾ, ਪਰ ਹੁਣ ਇਹਦਾ ਮਤਲਬ ਜੇ ਦੇਖੀਏ ਤਾਂ 3 ਸਟਰਕਚਰਸ ਪਹਿਲੀਆਂ ਔਰਥੋ ਵਾਲੀਆਂ ਰਹਿ ਗਈਆਂ, 3 ਪੈਰਾ ਵਾਲੀਆਂ ਰਹਿ ਗਈਆਂ ਅਤੇ 3 ਮੈਟਾ ਦੀਆਂ ਰਹਿ ਗਈਆਂ। ਪਰ ਕਿਉਂਕਿ ਔਰਥੋ ਅਤੇ ਪੈਰਾ ਲਈ 2 ਇਸ ਤਰ੍ਹਾਂ ਦੀਆਂ ਕਮਾਲ ਦੀਆਂ ਸਟਰਕਚਰਸ ਨੇ ਵਿਚ ਆਰ ਵੈਰੀ ਸਟੇਬਲ, ਵਿਚ ਆਰ ਮੋਸਟ ਸਟੇਬਲ। ਮੈਟਾ ਦੇ ਕੇਸ ਦੇ ਵਿੱਚ ਉਸ ਤਰ੍ਹਾਂ ਦੀ ਸਟੇਬਲ ਸਟਰਕਚਰ ਨਹੀਂ ਹੈਗੀ। ਸੋ ਇਸ ਕਰਕੇ ਅਸੀਂ ਕਹੀਏ ਕਿ ਕੰਟਰੀਬਿਊਸ਼ਨ ਹੈ ਜਿਹੜੀ ਉਹ ਔਰਥੋ ਪੈਰਾ ਵਾਲੀ ਦੀ ਜ਼ਿਆਦਾ ਹੈ ਅਤੇ ਮੈਟਾ ਵਾਲੇ ਦੀ ਘੱਟ ਹੈ, ਕਿਉਂਕਿ ਇਹਦੇ 'ਚ ਆਹੀ ਕਹਿੰਦੇ ਨਾ ਕਿ ਆਕਟੇਟ ਆਫ ਇਲੈਕਟ੍ਰੋਨਸ ਇਜ਼ ਕੰਪਲੀਟ ਇਨ ਦ ਮੋਸਟ ਸਟੇਬਲ ਸਟਰਕਚਰਸ। ਸੋ ਇਹ ਰੀਜ਼ਨਿੰਗ ਇਹਦੀ ਕੁਛ ਦਿੱਤੀ ਹੋਈ ਹੈ, ਹੁਣ ਤੁਸੀਂ ਡਿਟੇਲ 'ਚ ਪੜ੍ਹ ਲਓਗੇ। ਸੋ ਬੇਸਿਕਲੀ ਇਟ ਇਜ਼ ਕਿ 3 ਸਟਰਕਚਰਸ ਰਹਿ ਗਈਆਂ, ਪਰ ਔਰਥੋ ਪੈਰਾ ਲਈ ਆਹ ਜ਼ਿਆਦਾ ਸਟੇਬਲ ਸਟਰਕਚਰਸ ਹੋਣ ਕਰਕੇ ਵਿਲ ਸੇ ਦੇਅਰ ਮੋਰ ਰੈਜ਼ੋਨੈਂਸ ਸਟੇਬਲਾਈਜ਼ਡ, ਜਾਂ ਜਿਹੜੀ ਇਹਨਾਂ ਦੀ ਰੈਜ਼ੋਨੈਂਸ ਸਟਰਕਚਰ ਹੈ ਦੈਟ ਇਜ਼ more stabilized. So that's why ortho para product is formed in more ratio in large quantities, right? So orientation is explained by this factor, by their resonating structures. ਪਰ ਕਿਉਂਕਿ ਜਿਹੜੀ ਇਲੈਕਟ੍ਰੋਨ ਵਿਦਡਰਾ ਕਰਨ ਦੀ ਟੈਂਡੈਂਸੀ ਹੈ ਉਹਦੇ ਕਰਕੇ ਉਹਦੀ ਫਾਸਟ ਹੈ ਰਿਐਕਸ਼ਨ, that is activating they are orthopara directing and deactivate ਹੁੰਦਾ ਇਲੈਕਟ੍ਰੋਨ ਵਿਦਡਰਾਇੰਗ ਟੈਂਡੈਂਸੀ ਕਰਕੇ, ਇਹਦੇ ਕਰਕੇ ਆਹ ਸਟਰਕਚਰ ਕਰਕੇ, ਰਾਈਟ। ਸੋ ਵੈਸੇ ਦੋਨੋਂ ਅਲੱਗ ਅਲੱਗ ਚੀਜ਼ਾਂ ਨੇ।